सतगुरां दी अपर अपार किरपा रहमत दा सदका जगत गुरु जा हर पीर जगत गुर बाबा धन धन श्री गुरु नानक देव साहिब जी महाराज सतगुरां दे पावने अस्थान सचखंड दरबार गुरुद्वारा श्री बेर साहिब जी विखे अमावस दे दिहाड़े ते हाजरियां भर रही गुरु की साजी नवाजी हुई साध संगत जीओ, सतगुरां ने कृपा कीती है, अपने अमृतमयी दर्शन बख्शिश कीते। सत संगत का अमोलक सुभागा समा प्राप्त होया है। अमृत वेले तो लै करके ही बेअंत संगतां ने सतगुरु जी के पावन दरबार दीआं हाजरियां भरदियां होइयां गुरु साहिब जी के पावन सरोवर साहिब दे विच इशनान कीते। अमावस दे दिहाड़े ते दीवान विच हाजरियां भरियां। अमृत वेले तो जिथे गुरु की बाणी दे कीर्तन का प्रवाह चलिया, गुरु घर दे कवीशर सिंघां ने ढाडी सिंघां ने गुरु साहिब जी का जस, गुरु का इतिहास, गुरु की संगतां नूं सरवण करवाया। अज साध संगत जी 15 हाड़ का दिन है और श्रीमान संत ज्ञानी गुरबचन सिंह जी खालसा पिंडरां वाले महापुरखों का सचखंड प्याने का दिहाड़ा भी है। अज दे दिन महापुरखों ने सचखंड प्याना कीता। जिन्हां महापुरखों ने लम्मा समा गुरु की कृपा दे नाल गुरसिੱਖੀ का प्रचार प्रसार किया। इहदी आवाज़ ही होर तरह की नहीं आउंदी, तुहानूं दसां। और अखाड़े नगर दे विच जो मालवे दे इलाके दे विच अखाड़ा पिंड पैंदा है, उत्थे महापुरखों ने जन्म लिया। सत्कार जो पिता बाबा रूड़ सिंह जी ते सत्कार जो माता आनंद कौर जी के गृह विच। कदी उस नगर दे विच जो पांडव हन, 5 पांडव, वो कसरत करिया करते, घोल करिया करते, अपना अखाड़ा मल अखाड़ा लाया करते। उन्हां दे अखाड़े करके उस नगर का नाम अखाड़ा पिया पांडवां दा। और जदों दशमेश पिता धन श्री गुरु गोबिंद सिंह साहिब जी महाराज आनंदपुर साहिब छड्ड करके ते इसे तरह श्री चमकौर साहिब वड्डे साहिबजादे शहीद होए, मालवे वाल नूं आए, तां उस मौके ते अखाड़े नगर विच महाराज साहिब जी ने चरण पाए। उत्थे बजुर्ग माई ने एक छन्ना भर के दुध का छकाया 10वें पातशाह जी ते कलगीधर पातशाह जी ने वो दुध छकण तो बाद माई नूं वचन किया कि माई कोई तेरी इच्छा कोई भावना दस। उसने आख्या जी कोई ब्रह्म ज्ञानी महापुरख मेरी कुल दे विच पैदा होवे। तां दशमेश पातशाह जी ने वचन किया कि ब्रह्म ज्ञानी महापुरख है माई तेरी कुल दे विच पैदा होवेगा।
ਉਹ ਸੰਤਾਂ ਤੋਂ 7ਵੇਂ ਥਾਂ ਪਹਿਲਾਂ ਬਜ਼ੁਰਗ ਮਾਈ ਹੋਈ ਹੈ, ਜਿਸ ਨੇ ਸਾਧ ਸੰਗਤ ਜੀ ਦਸ਼ਮੇਸ਼ ਪਾਤਸ਼ਾਹ ਜੀ ਨੂੰ ਦੁੱਧ ਛਕਾਇਆ ਸੀ। ਤੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਹੋਇਆ ਅਖਾੜੇ ਨਗਰ ਦੇ ਵਿੱਚ। ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਜਾ ਕਰਕੇ ਅਰਦਾਸ ਬੇਨਤੀ ਕਰਕੇ ਨਾਮਕਰਨ ਕੀਤਾ, ਹੁਕਮਨਾਮਾ ਲਿਆ। ਤਾਂ ਹੁਕਮਨਾਮਾ ਆਇਆ ਸੀ, ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਇਸ ਹੁਕਮਨਾਮੇ ਤੋਂ ਗੱਗੇ ਅੱਖਰ ਤੋਂ ਫਿਰ ਨਾਮ ਗੁਰਬਚਨ ਸਿੰਘ ਰੱਖਿਆ ਮਹਾਂਪੁਰਖਾਂ ਦਾ। ਬਾਬਾ ਜੀ ਦੇ ਸਤਿਕਾਰਯੋਗ ਤਾਇਆ ਜੀ ਸਨ ਬਾਬਾ ਕਾਹਨ ਸਿੰਘ ਜੀ, ਬਹੁਤ ਕੀਰਤਨ ਦੇ ਧਨੀ ਗੰਧਰਵ ਤੇ ਮਹਾਨ ਵਿਦਵਾਨ ਸਨ। ਉਹ ਗੁਰਮੁਖ ਪਿਆਰੇ ਬਚਪਨ ਵਿੱਚ ਆਪਣੇ ਤਾਇਆ ਜੀ ਦੇ ਪਾਸੋਂ ਗੁਰਬਾਣੀ ਦੀ ਸੰਥਿਆ ਕੀਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ। ਤੇ 7 ਸਾਲਾਂ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰ ਲਈ ਸੀ ਸਾਧ ਸੰਗਤ। 7 ਸਾਲ ਦੀ ਉਮਰ ਬੱਚੇ ਦੀ ਕਿੰਨੀ ਹੁੰਦੀ ਹੈ? ਕਈ ਵਾਰੀ ਐਸਾ ਹੈ ਸਾਡੇ ਬੱਚਿਆਂ ਨੂੰ 7 ਸਾਲਾਂ ਦੀ ਉਮਰ ਤੱਕ ਜਪਜੀ ਸਾਹਿਬ ਨਹੀਂ ਆਉਂਦਾ। ਬੱਚਿਆਂ ਨੂੰ ਛੱਡੋ, ਕਈ ਵਾਰੀ ਸਾਨੂੰ ਵੱਡਿਆਂ ਨੂੰ ਵੀ ਨਹੀਂ ਆਉਂਦਾ ਇਹ ਜਪਜੀ ਸਾਹਿਬ। ਭਾਗਾਂ ਵਾਲੇ ਹਨ ਜਿਹੜੇ ਗੁਰੂ ਕੀ ਬਾਣੀ ਪੜ੍ਹਦੇ ਆ, ਆਪ ਵੀ ਪੜ੍ਹਦੇ, ਆਪਣੇ ਬੱਚਿਆਂ ਨੂੰ ਵੀ ਪੜ੍ਹਾਉਂਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ 7 ਸਾਲਾਂ ਦੀ ਉਮਰ ਦੇ ਵਿੱਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰ ਲਈ ਸੀ। ਤੇ ਜਦੋਂ ਤਾਬਿਆ ਬੈਠ ਕੇ ਪਾਠ ਕਰਦੇ ਸੀ ਤੇ ਹੇਠਾਂ ਕਹਿੰਦੇ ਵੀ ਉਹਨਾਂ ਦੇ ਤਾਇਆ ਜੀ ਸਰਾਣਾ ਰੱਖ ਰਿਆ ਕਰਦੇ ਸਨ, ਕਿਉਂਕਿ ਪਹੁੰਚਿਆ ਨਹੀਂ ਸੀ ਜਾਂਦਾ ਮਹਾਰਾਜ ਸਾਹਿਬ ਜੀ ਤੱਕ। 13 ਕੁ ਮਹੀਨਿਆਂ ਦੀ ਉਮਰ ਦੇ ਵਿੱਚ ਹੀ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸਨ। ਇਸੇ ਤਰ੍ਹਾਂ ਫਿਰ ਦਾਦੀ ਮਾਤਾ ਰਾਜ ਕੌਰ ਜੀ, ਉਹਨਾਂ ਦੀ ਪਾਲਣਾ ਕੀਤੀ ਸੀ। ਸਮੇਂ ਨਾਲ ਉਹ ਵੀ ਪਰਲੋਕ ਗਮਨ ਕਰ ਗਏ। ਫਿਰ ਭੂਆ ਜੀ, ਭੂਆ ਸਾਹਿਬ ਕੌਰ ਜੀ, ਉਹ ਕਿਸ਼ਨਪੁਰੇ ਵਿਆਹੇ ਹੋਏ ਸਨ ਭੂਆ ਜੀ ਸੰਤਾਂ ਦੇ। ਉਹ ਕਿਸ਼ਨਪੁਰੇ ਲੈ ਗਏ, ਉੱਥੇ ਰਹਿ ਕਰਕੇ ਫਿਰ ਉੱਥੇ ਉਦਾਸੀਆਂ ਦਾ ਡੇਰਾ ਸੀ ਮਹਾਂਪੁਰਖਾਂ ਦਾ। ਉੱਥੇ ਵਿਦਾਂਤ ਦੇ ਗ੍ਰੰਥ ਪੜ੍ਹੇ ਔਰ ਇਸੇ ਤਰ੍ਹਾਂ ਫਿਰ ਸਮੇਂ ਦੇ ਨਾਲ ਆਪਣੇ ਨਗਰ ਆ ਕਰਕੇ ਆਪਣੇ ਤਾਇਆ ਜੀ ਦੇ ਪਾਸੋਂ ਸੰਥਿਆ ਕੀਤੀ ਸੰਪੂਰਨ, ਗੁਰਬਾਣੀ ਦੇ ਅਰਥ ਉਹਨਾਂ ਤੋਂ ਵੀ ਪੜ੍ਹੇ। ਤੇ ਪਹਿਲੀ ਕਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਖਾਲਸਾ ਜੀ ਨੇ ਆਪਣੇ ਨਗਰ ਅਖਾੜੇ ਦੇ ਵਿੱਚ ਫਰੀਦਕੋਟੀਏ ਟੀਕੇ ਤੋਂ ਕੀਤੀ। ਫਰੀਦਕੋਟੀਏ ਟੀਕੇ ਗੁਰਬਾਣੀ ਦੇ ਅਨੇਕਾਂ ਟੀਕੇ ਹੋਏ ਆ ਸਾਧ ਸੰਗਤ ਜੀ, ਉਹਦੇ ਵਿੱਚ ਇੱਕ ਫਰੀਦਕੋਟੀਆ ਟੀਕਾ ਵਾ ਜੋ ਫਰੀਦਕੋਟ ਦੇ ਰਾਜੇ ਨੇ ਕਰਵਾਇਆ ਸੀ। 4 ਹਿੱਸਿਆਂ ਦੇ ਵਿੱਚ ਹੈ, 4 ਪੋਥੀਆਂ ਸਾਹਿਬ ਆ ਉਸ ਟੀਕੇ ਦੀਆਂ ਤੇ ਸਾਧੂ ਬੋਲੀ ਦੇ ਵਿੱਚ ਹੈ। ਉਸ ਟੀਕੇ ਤੋਂ ਸੰਪੂਰਨ ਕਥਾ ਇੱਕ ਕੀਤੀ ਸੀ ਛੋਟੀ ਉਮਰ ਵਿੱਚ ਆਪਣੇ ਪਿੰਡ ਦੇ ਵਿੱਚ। ਇਸੇ ਤਰ੍ਹਾਂ ਫਿਰ ਨਗਰ ਦੇ ਵਿੱਚ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਏ ਸਨ ਅਖਾੜੇ ਦੇ ਵਿੱਚ। ਉਹਨਾਂ ਕਥਾ ਕੀਤੀ ਜੈਤਸਰੀ ਕੀ ਵਾਰ ਦੀ, ਪਹਿਲੇ ਸ਼ਲੋਕ ਦੀ। ਉਹ ਸੁਣ ਕਰਕੇ ਮਨ ਵਿੱਚ ਬਹੁਤ ਉਤਸ਼ਾਹ ਪੈਦਾ ਹੋਇਆ ਤੇ ਸੰਤਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਮੈਨੂੰ ਵੀ ਆਪਣੇ ਜਥੇ ਦੇ ਵਿੱਚ ਭਰਤੀ ਕਰ ਲਓ। ਉਸ ਵੇਲੇ ਹਾਲੇ ਚਿਹਰੇ ਤੇ ਦਾੜੀ ਨਹੀਂ ਸੀ ਆਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ। ਤੇ ਸੰਤ ਸੁੰਦਰ ਸਿੰਘ ਜੀ ਕਹਿਣ ਲੱਗੇ ਕਿ ਸਾਡਾ ਨਿਯਮ ਆ ਜਥੇ ਦਾ, ਭੁਜੰਗੀਆ ਤੇਰੇ ਮਨ ਵਿੱਚ ਬਹੁਤ ਉਤਸ਼ਾਹ ਹੈ, ਲਗਨ ਹੈ, ਪਰ ਸਾਡਾ ਜਿਹੜਾ ਨਿਯਮ ਹੈ ਕਿ ਅਸੀਂ ਅਣਦਾੜੀਆ ਨਹੀਂ ਆਪਣੇ ਜਥੇ 'ਚ ਭਰਤੀ ਕਰਦੇ। ਜਿੰਨਾ ਚਿਰ ਦਾੜੀ ਨਹੀਂ ਆਉਂਦੀ ਉਹਨਾਂ ਚਿਰ ਨਹੀਂ ਅਸੀਂ ਤੈਨੂੰ ਜਥੇ 'ਚ ਭਰਤੀ ਕਰ ਸਕਦੇ। ਉਹਨਾਂ ਦਾ ਨਿਯਮ ਸੀ ਮਹਾਂਪੁਰਖਾਂ ਦਾ।
फिर समय दे नाल महापुरखों के पास गए, जथे विच भर्ती होए। दमदमी टकसाल जथा पिंडरा संत सुंदर सिंह जी के पास। इसे तरह वो पिंडर कलां दे विच जो अकाल कुटिया है वो बन रही सी, उत्थे मिस्त्री लगा होया ते उत्थे संत ज्ञानी गुरबचन सिंह जी पहुंचे है जथे दे विच। ते संत सुंदर सिंह जी वेख करके ना आप जी दे चेहरे वाले उस मिस्त्री नूं कहिंदे आ, मगर सिंह उसका नाम सी, कि मिस्त्री सिंह आ भजंगी दे चेहरे वाले वेख के मत्थे वाले वेख। उन्हें आख्या महापुरखो मत्थे एक तो मेरी निगाह घट वा ते एक जिवें तुसीं कहिंदे हो जो तुसीं वेख लेना मत्थे तो मैं थोड़ा वेख लेना। तुसीं ते मत्थे नूं पढ़ लैंदे हो, मत्थे दीयां रेखा जान लैंदे हो, पर मैं तुहाडे तरह नहीं वेख सकदा, मेरी निगाह भी घट है। कहिंदे मिस्त्री सिंघा साधु ते मंडलियां तोरदे आ ना, मंडलियां ये भजंगी वड्डा मंडला तोरिया करेगा। मंडला साधुआं दे निके निके जथे आ इत्थे देश दे विच विचरदे, इहदा वड्डा जथा विचरिया करेगा। ये उन्हां महापुरखां ने बचन कीते सी। फिर जथे विच रह करके महान विद्या पढ़ी ते फिर साध संगत जी समय दे नाल उन्हां नूं दमदमी टकसाल दी सेवा महापुरखां नूं मिली ते फिर उन्हां दा बहुत वड्डा जथा दमदमी टकसाल दे वो 12वें महापुरख संत ज्ञानी गुरबचन सिंह जी खालसा ले करके विचरदे रहे। उन्होंने श्री गुरु ग्रंथ साहिब महाराज जी दीयां संपूर्ण कथा संगतां नूं सरवण करवाइयां, विद्यार्थियों नूं पढ़ाइयां। 27 कथा महापुरखां ने कीतियां, संपूर्ण 27 कथा अपने जीवन दे विच। फिर दसम महाराज की बाणी दीयां अनेकां कथा, श्री गुरप्रताप सूरज ग्रंथ दीयां अनेकां कथा, भाई गुरदास साहिब जी दीयां वारां दीयां, कवित सवैये और बेअंत विद्या जो अपने विद्यार्थी सिंघां नूं महापुरखां ने पढ़ाई। उन्हां तो पढ़े हुए सिंह इतिहासक स्थानां ते सेवा उन्होंने निभाई है, तख्त साहिबां दे उपर भी सेवा निभाई। ऐसे महापुरखां दी अज बरसी का दिहाड़ा साध संगत जी, उन्हां महापुरखां नूं भी नमस्कार है जिन्हां सास गिरास ना विसरै, हर नामा मन मंत, धन से नानका पूरन सोई संत। तो लड़ीवार रूप दे विच साध संगत जी श्री गुरु नानक प्रकाश ग्रंथ जिस दे पहले अध्याय की विचार चल रही है, शरधा भावना सहित सरवण करिए। उचारण करो जी सतनाम श्री वाहे गुरु साहिब जी। भाई साहब कहते भी गुरु साहब जी की जो ये कथा है ना, इस ग्रंथ विच कीर्ति है। ये जानो एक नदी वग रही है, ये खुशियां पैदा करने वाली है ते अमंगल दुखां नूं दूर करने वाली है। कहते एक कथा है ना जो गुरु के इतिहास की, जानो एक नदी वग रही है, एक नदी जिवें अवेई नदी है, इस तरह एक ये भी कथा की भी नदी वग रही है। भाव बंधन बृख के सहत, जेड़े ये बंधन वन ये जानो कि दरख्त है जो संसार के बंधन हैं। इस दरख्त के सहत ते भरम बेमुखता कूल, जो भरम है ते बेमुख होना है, ये दो जेड़े कूल किनारे हैं। सो फिर कहना ते सुनना जो ये कथा दा है, ये जानो ये कथा दा प्रवाह चलना है नदी का। कहते कि ये गुरु के इतिहास की कथा कहनी, कथन करनी ते सरवण करनी, ये नदी का प्रवाह चलना। जदों ये चले तो फिर भरम ते बेमुखता के जेड़े कंढे उन्होंने भी ढा दिंदा है, ते जेड़े इसे प्रकार संसार के बंधन हैं, ये बंधना रूपी दरख्त है कंढे ते उगया होया, इहदा भी मुੱਢ पुट देंदी है ये नदी। ते गुरु के सिखां वास्ते भाई साहब उन्होंने आवाज मारो एक सिंह नूं।
ਇਹਦੀ ਆਵਾਜ਼ ਨਾ ਉਤਰ ਆ ਰਹੀ। ਗੁਰੂ ਕੇ ਸਿੱਖਾਂ ਦੇ ਵਾਸਤੇ ਕਹਿੰਦੇ ਵੀ ਇਸ਼ਨਾਨ ਕਰਨ ਦੇ ਯੋਗ ਹੈ। ਇਹ ਜੋ ਗੁਰੂ ਕੇ ਇਤਿਹਾਸ ਦੀ ਕਥਾ ਰੂਪੀ ਨਦੀ ਹੈ, ਵਗਦੇ ਪ੍ਰਵਾਹ ਦੀ, ਇਹ ਗੁਰੂ ਕੇ ਸਿੱਖਾਂ ਦੇ ਇਸ਼ਨਾਨ ਕਰਨ ਦੇ ਯੋਗ ਹੈ। ਤੇ ਗੁਰੂ ਕੀ ਸਿੱਖੀ ਜੋ ਹੈ ਨਾ, ਇਸ ਵਿੱਚ ਇਸ਼ਨਾਨ ਕਰਕੇ ਸੁੱਖ ਤੇ ਆਨੰਦ ਨੂੰ ਭੋਗਣ ਵਾਲੀ ਹੈ। ਜਿਹੜੇ ਨਿੰਦਕ ਲੋਕ ਹਨ ਈਰਖਾ ਦੇ ਸਹਿਤ, ਕਹਿੰਦੇ ਉਹਨਾਂ ਵਾਸਤੇ ਇਸ਼ਨਾਨ ਕਰਨ ਦੇ ਯੋਗ ਨਹੀਂ, ਉਹਨਾਂ ਨੂੰ ਜਾਣੋ ਇਹ ਦੁੱਖ ਦੇਣ ਵਾਲੀ ਹੈ। ਤੋ ਇਸ ਪ੍ਰਕਾਰ ਸਰੁੱਤ ਦਰ ਸੋ ਚੱਲ ਕੇ ਸੋ ਪ੍ਰਵਾਹੋ। ਜਿਹੜੇ ਸਰੁੱਤ ਕਹੀਏ ਕੰਨਾਂ ਰੂਪੀ ਦਰਾੜਾਂ ਦੇ ਰਾਹੀਂ ਇਸ ਕਥਾ ਰੂਪੀ ਨਦੀ ਦਾ ਪ੍ਰਵਾਹ ਚੱਲਦਾ ਹੈ ਤੇ ਹਿਰਦੇ ਰੂਪੀ ਸਾਗਰ ਵਿੱਚ ਪਹੁੰਚ ਕਰਕੇ ਸਥਿਤ ਹੁੰਦਾ ਹੈ। ਇਹ ਕਥਾ ਰੂਪੀ ਪ੍ਰਵਾਹ ਹੈ। ਫਿਰ ਮਤ ਰੂਪੀ ਜੋ ਸਿੱਪੀ ਹੈ ਨਾ, ਉਹ ਇਸ ਕਥਾ ਰੂਪੀ ਨਦੀ ਉੱਤੇ ਤਰਨ ਲੱਗ ਪੈਂਦੀ ਹੈ। ਫਿਰ ਬੁੱਧੀ ਰੂਪੀ ਜੋ ਸਿੱਪੀ ਹੈ, ਪ੍ਰੇਮ ਰੂਪੀ ਬੂੰਦ ਦੀ ਲਾਲਸਾ ਕਰਦੀ ਹੈ ਕਿ ਮੈਨੂੰ ਪ੍ਰੇਮ ਰੂਪੀ ਬੂੰਦ ਪ੍ਰਾਪਤ ਹੋ ਜਾਵੇ। ਸ਼ਵਾਂਤੀ ਰੂਪੀ ਬੂੰਦ ਜੋ ਪ੍ਰੇਮ ਦੀ ਹੈ, ਬੁੱਧੀ ਰੂਪੀ ਸਿੱਪੀ ਨੂੰ ਜਦੋਂ ਪਰਸ ਗਈ, ਆ ਕੇ ਬੁੱਧੀ ਰੂਪੀ ਸਿੱਪੀ ਦੇ ਵਿੱਚ ਪੈ ਗਈ ਇੱਕ ਬੂੰਦ ਪ੍ਰੇਮ ਦੀ। ਫਿਰ ਅਡੋਲ ਹੋ ਕਰਕੇ, ਕਿਉਂਕਿ ਜਦੋਂ ਸਿੱਪੀ ਵਿੱਚ ਬੂੰਦ ਪੈ ਜਾਵੇ ਉਦੋਂ ਫਿਰ ਉਹ ਸਿੱਪੀ ਤਰਦੀ ਨਹੀਂ, ਉਹ ਵਿੱਚ ਬਹਿ ਜਾਂਦੀ, ਉਹਦੇ ਚ ਮੋਤੀ ਪੈਦਾ ਹੋ ਜਾਂਦਾ। ਇਸ ਕਰਕੇ ਕਹਿੰਦੇ ਜਦੋਂ ਬੁੱਧੀ ਰੂਪੀ ਸਿੱਪੀ ਦੇ ਵਿੱਚ ਪ੍ਰੇਮ ਰੂਪੀ ਬੂੰਦ ਵਿੱਚ ਪਰਸ ਗਈ ਤੇ ਫਿਰ ਅਡੋਲ ਹੋ ਕਰਕੇ ਬੈਠ ਜਾਂਦੀ ਹੈ ਇਹ ਬੁੱਧੀ। ਫਿਰ ਇੱਧਰ ਉੱਧਰ ਦੌੜਦੀ ਨਹੀਂ, ਚੰਚਲਤਾ ਖਤਮ ਹੋ ਜਾਂਦੀ ਹੈ। ਜਿਹੜੇ ਸਾਖਤ ਮਨੁੱਖ ਹਨ ਕਹਿੰਦੇ ਉਹ ਤਾਂ ਗਧਿਆਂ ਵਰਗੇ ਆ, ਉਹ ਇਸ ਕਥਾ ਦੀ ਨਦੀ ਦੇ ਵਿੱਚ ਇਸ਼ਨਾਨ ਨਹੀਂ ਕਰਦੇ, ਕਿਉਂਕਿ ਜਿਹੜਾ ਗਧਾ ਹੈ, ਖੋਤਾ ਹੈ, ਉਹ ਤਾਂ ਰੂੜੀਆਂ ਦੇ ਉੱਤੇ ਹੀ ਲੇਟਦਾ ਹੁੰਦਾ ਜਾ ਕੇ ਦੁਰਗੰਧੀ ਵਾਲੀ ਥਾਂ ਤੇ। ਇਸ ਕਰਕੇ ਕਹਿੰਦੇ ਸਾਖਤ ਗਧਿਆਂ ਦੀ ਤਰ੍ਹਾਂ ਵਿਸ਼ੇ ਵਿਕਾਰਾਂ ਵਾਲੀ ਥਾਂ ਤੇ, ਦੁਰਗੰਧੀ ਵਾਲੀ ਥਾਂ ਤੇ ਹੀ ਉਹ ਜਾਂਦੇ ਹਨ। ਜੇ ਜਿਵੇਂ ਕਿਵੇਂ ਕਰਕੇ ਉਹਨਾਂ ਦਾ ਸੰਜੋਗ ਬਣ ਵੀ ਜਾਵੇ ਸੰਗਤ ਵਿੱਚ ਆਉਣ ਦਾ, ਕਹਿੰਦੇ ਉਹਨਾਂ ਦੇ ਤਨ ਦੇ ਵਿੱਚ ਫਿਰ ਗੁੜਾਕਾ ਰੂਪੀ ਰੋਗ ਪੈਦਾ ਹੋ ਜਾਂਦਾ ਹੈ। ਗੁੜਾਕਾ ਕਹਿੰਦੇ ਨੀਂਦ ਆਉਣੀ, ਵੀ ਸੰਗਤ ਵਿੱਚ ਜੇ ਆ ਵੀ ਜਾਣ ਤੇ ਉਹਨਾਂ ਨੂੰ ਫਿਰ ਵਿਆਕੁਲਤਾ ਜੀ ਪੈਦਾ ਹੋ ਜਾਂਦੀ ਹੈ। ਉਹ ਫਿਰ ਸਿਰ ਨੀਵਾਂ ਜਿਹਾ ਕਰਕੇ ਅੱਖਾਂ ਮੀਟ ਕੇ ਸੌਂ ਜਾਂਦੇ ਹਨ। ਤੇ ਸਰਤਾ ਰੂਪੀ ਇਹ ਸਤਸੰਗ ਰੂਪੀ ਜੋ ਨਦੀ ਹੈ, ਇਹ ਸਤਸੰਗ ਰੂਪੀ ਤਟ ਕਹੀਏ ਕਿਨਾਰਾ ਪਾ ਕਰਕੇ, ਕਹਿੰਦੇ ਵੀ ਕਿਨਾਰਾ ਤੇ ਪ੍ਰਾਪਤ ਹੋ ਗਿਆ। ਇਹ ਕਥਾ ਰੂਪੀ ਨਦੀ ਤੇ ਤਾਂ ਪਹੁੰਚ ਗਏ ਸਤਸੰਗ ਵਿੱਚ, ਪਰ ਕਥਾ ਸਰਵਣ ਨਹੀਂ ਕੀਤੀ, ਇਸ ਕਰਕੇ ਇਸ਼ਨਾਨ ਨਹੀਂ ਹੋਇਆ। ਇੱਕ ਇਸ਼ਨਾਨ ਤਨ ਦਾ ਕਰਨਾ ਹੈ ਸਰੋਵਰ ਸਾਹਿਬ ਦੇ ਵਿੱਚ, ਇੱਕ ਗੁਰੂ ਕੀ ਕਥਾ ਸੁਣ ਕਰਕੇ ਮਨ ਦਾ ਇਸ਼ਨਾਨ ਕਰਨਾ ਹੈ। ਬਾਣੀ ਸੁਣ ਕਰਕੇ, ਕਥਾ ਸੁਣ ਕਰਕੇ, ਕਹਿੰਦੇ ਸਤਸੰਗ ਰੂਪੀ ਕੰਢੇ ਤੇ ਤਾਂ ਪਹੁੰਚ ਗਏ, ਪਰ ਕੰਨਾਂ ਵਿੱਚ ਗੁਰੂ ਕੀ ਕਥਾ ਨਹੀਂ ਪੈਣ ਦਿੱਤੀ, ਸਰਵਣ ਇਸ਼ਨਾਨ ਨਹੀਂ ਕੀਤਾ ਹੈ। ਹਾਂ, ਗੁਰੂ ਕਾ ਜਸ ਹੈ ਤਾਂ ਗੂੜਾ ਰੰਗ ਸੀ, ਪਰ ਇਸ ਗੂੜੇ ਰੰਗ ਵਿੱਚ ਆਪਣੇ ਮਨ ਨੂੰ ਰੰਗਿਆ ਨਹੀਂ। ਮਨ ਦਸਾਂ ਦਿਸ਼ਾ ਵਿੱਚ ਹੀ ਫਿਰਦਾ ਰਿਹਾ ਕਿ ਉਧਰ ਵੇਖ ਲਈਏ, ਇੱਧਰ ਵੇਖ ਲਈਏ, ਕੀ ਹੈ, ਉਸ ਪਾਸੇ ਘੁੰਮ ਫਿਰ ਲਈਏ, ਇੱਧਰ ਘੁੰਮ ਲਈਏ। ਮਨ ਦਸਾਂ ਦਿਸ਼ਾਵਾਂ ਵਿੱਚ ਹੀ ਫਿਰ ਭੱਜਾ ਫਿਰਦਾ ਰਿਹਾ। ਕਹਿੰਦੇ ਹਨ ਕਿ ਸਮਾਪਤ ਹੋਇਆ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜੋ ਇਹ ਪੂਰਬਾ ਅਰਧ ਦਾ ਜੋ ਇਹ ਅਧਿਆਏ ਹੈ। ਇਹ ਮੰਗਲਾਚਰਨ ਜਿਸ ਵਿੱਚ ਸੀ ਨਾਮ ਦੀ ਮਹਿਮਾ ਵਰਣਨ ਕੀਤੀ ਹੈ, ਇਹ ਪੂਰਬਾਰਥ ਦਾ ਪਹਿਲਾ ਅਧਿਆਇ ਇੱਥੇ ਸਮਾਪਤ ਹੋਇਆ ਹੈ। ਪੜ੍ਹ ਭਾਈ। ਅਗਲੇ ਅਧਿਆਏ ਦੇ ਵਿੱਚ ਕਹਿੰਦੇ ਹਨ ਕਿ ਮੈਂ ਸਮੂਹ ਸੰਤਾਂ ਦੇ ਚਰਨਾਂ ਦੇ ਉੱਤੇ ਵੰਦਨਾ ਕਰਦਾ ਹਾਂ, ਜਿਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰਨ ਦੇ ਨਾਲ ਉਧਾਰ ਹੁੰਦਾ ਹੈ।
ਜਮ ਤਮ ਸਮ। ਜਿਹੜਾ ਜਮ ਹੈ ਉਹ ਕਹਿੰਦੇ ਤਮ ਹਨੇਰੇ ਦੇ ਸਮ ਬਰਾਬਰ ਹੈ। ਜਿਵੇਂ ਹਨੇਰੇ ਨੂੰ ਸੂਰਜ ਦੂਰ ਕਰ ਦਿੰਦਾ ਹੈ ਨਾ, ਇਸੇ ਤਰ੍ਹਾਂ ਸੰਤ ਜਨਾਂ ਨੂੰ ਨਮਸਕਾਰ ਕਰੀਏ ਤੇ ਜਮਾ ਰੂਪੀ ਹਨੇਰਾ ਦੂਰ ਹੋ ਜਾਂਦਾ। ਤੇ ਜਿਵੇਂ ਘਨ ਬੱਦਲ ਜਿਹੜੇ ਹਨ ਉਹਨਾਂ ਨੂੰ ਹਵਾ ਦੂਰ ਕਰ ਦਿੰਦੀ ਹੈ, ਇਸੇ ਤਰ੍ਹਾਂ ਸ਼ੁਭ ਵਿਚਾਰ ਜੋ ਸੰਤਾਂ ਪਾਸੋਂ ਉਪਦੇਸ਼ ਮਿਲਦਾ ਹੈ ਉਹ ਭਰਮ ਰੂਪੀ ਬੱਦਲਾਂ ਨੂੰ ਦੂਰ ਕਰ ਦਿੰਦੇ ਹਨ। ਮੇਰਾ ਜੋ ਮਨੋਰਥ ਹੈ ਉਹ ਕਹਿੰਦੇ ਜਹਾਜ਼ ਦੀ ਨਿਆਈ ਹੈ ਤੇ ਸਮੁੰਦਰ ਰੂਪੀ ਇਹ ਵਿਘਨ ਹਨ, ਅਥਾਹ ਸਮਾਜ ਹੈ, ਬਹੁਤੇ ਜ਼ਿਆਦੇ ਵਿਘਨ ਹਨ। ਮੇਰਾ ਇਹ ਗੁਰੂ ਕੀ ਕਥਾ ਰਚਣ ਦਾ ਮਨੋਰਥ ਜਹਾਜ਼ ਨਿਆਈ ਹੈ। ਜਦੋਂ ਕਿਰਪਾ ਧਾਰਨ ਵਾਲੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤਾਂ ਫਿਰ ਗੁਰੂ ਕੇ ਚਰਨਾਂ ਦਾ ਆਸਰਾ ਲੈ ਕਰਕੇ ਮੈਂ ਕਿਨਾਰੇ ਤੇ ਪਹੁੰਚ ਜਾਵਾਂਗਾ। ਹੇ ਸਤਿਗੁਰੂ ਜੀ, ਆਪ ਜੀ ਦਾ ਮੈਂ ਸਿੱਖ ਹਾਂ ਤੇ ਆਪਣੇ ਨਾਮ ਦੀ ਲਾਜ ਨਿਭਾਓ। ਮੇਰਾ ਜੋ ਇਹ ਆਰੰਭ ਕੀਤਾ ਹੋਇਆ ਗੁਰੂ ਕੇ ਇਤਿਹਾਸ ਦੀ ਕਥਾ ਦਾ ਗ੍ਰੰਥ, ਇਹ ਕਾਰਜ ਪੂਰਾ ਕਰੋ। ਹੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਤੋਂ ਬਿਨਾ ਮੈਨੂੰ ਇੱਕ ਵੀ ਅੱਖਰ ਜੋ ਹੈ, ਇੱਕ ਅੱਖਰ ਦਾ ਵਿਵੇਕ ਨਹੀਂ ਮੇਰੇ ਹਿਰਦੇ ਵਿੱਚ ਪੈਦਾ ਹੁੰਦਾ। ਵਿਵੇਕ ਹੁੰਦਾ ਗਿਆਨ, ਇੱਕ ਅੱਖਰ ਦਾ ਵੀ ਗਿਆਨ ਬੋਧ ਨਹੀਂ ਮੇਰੇ ਹਿਰਦੇ 'ਚ ਪੈਦਾ ਹੁੰਦਾ। ਆਪ ਜੀ ਦੀ ਕਿਰਪਾ ਤੋਂ ਬਿਨਾ, ਆਪ ਜੀ ਦੀ ਕਿਰਪਾ ਹੋਵੇਗੀ ਤਾਂ ਹੀ ਮੇਰੇ ਅੰਦਰ ਇਹ ਕਵਿਤਾ ਸਫੁਰਨ ਹੋਵੇਗੀ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਸਮੁੰਦਰ ਦੇ ਬਰਾਬਰ ਹੈ ਤੇ ਸੁਦਾ ਅੰਮ੍ਰਿਤ ਦਾਤਾ ਹੈ। ਗੁਰੂ ਕੇ ਚਰਨਾਂ ਦਾ ਪ੍ਰੇਮ ਉਹ ਕਵਿਤਾ ਰੂਪੀ ਇਹ ਅੰਮ੍ਰਿਤ ਦੇ ਦਾਤਾ ਹੈ। ਸਿੱਖਾਂ ਰੂਪੀ ਜੋ ਬਿੰਦਾਰਕ ਭੌਰੇ ਹਨ ਉਹ ਇਹ ਕਵਿਤਾ ਰੂਪੀ ਅੰਮ੍ਰਿਤ ਨੂੰ ਪੀਂਦੇ ਹਨ ਨਿਤਾ ਪ੍ਰਤੀ। ਜਿਹੜੇ ਇਹ ਪੀਂਦੇ ਹਨ ਨਾ ਗੁਰੂ ਕਾ ਜਸ ਸਰਵਣ ਕਰਨ ਰੂਪੀ ਇਹ ਅੰਮ੍ਰਿਤ, ਉਹਨਾਂ ਦੇ ਫਿਰ ਹਿਰਦੇ ਵਿੱਚ ਸ੍ਰੇਸ਼ਟ ਮਤ ਦਾ ਪ੍ਰਕਾਸ਼ ਹੁੰਦਾ ਹੈ। ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਦੇ ਰਾਜਾ, ਜਗਤ ਦੇ ਰਾਜਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਵਡਿਆਈ ਦਿੱਤੀ ਹੈ। ਹੁਣ ਸਾਧ ਸੰਗਤ ਜੀ ਇੱਥੋਂ ਇਹ ਕਥਾ ਦਾ ਆਰੰਭ ਹੋਇਆ ਹੈ। ਜਿਵੇਂ ਪਿੱਛੇ ਭਾਈ ਸਾਹਿਬ ਜੀ ਨੇ ਬਚਨ ਕੀਤਾ ਵੀ ਸਭ ਤੋਂ ਪਹਿਲਾਂ ਇਸ ਗ੍ਰੰਥ ਦੇ ਵਿੱਚ ਦੱਸਾਂਗੇ ਕਿ ਭਾਈ ਬਾਲਾ ਜੀ ਦਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਨਾਲ ਕਿਵੇਂ ਮਿਲਾਪ ਹੋਇਆ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੇ ਭਾਈ ਬਾਲਾ ਜੀ ਦਾ ਆਪਸ ਵਿੱਚ ਸੰਵਾਦ, ਗੱਲਬਾਤ ਕੀ ਹੁੰਦੀ ਹੈ। ਹੁਣ ਉਹ ਪ੍ਰਸੰਗ ਆਰੰਭ ਹੋਇਆ। ਫਿਰ ਭਾਈ ਬਾਲਾ ਜੀ ਨੇ ਕਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਤਿਹਾਸ ਸੁਣਾਇਆ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਲਿਖਵਾਇਆ ਸ੍ਰੀ ਖਡੂਰ ਸਾਹਿਬ ਦੇ ਵਿੱਚ। ਇੱਥੋਂ ਇਹ ਕਥਾ ਦਾ ਮੁੱਢ ਵੱਜਾ। ਕਹਿੰਦੇ ਹਨ ਵਿੱਚ ਕਰਤਾਰਪੁਰੇ ਜਗ ਰਾਈ। ਕਰਤਾਰਪੁਰ ਸਾਹਿਬ ਤੋਂ ਗੱਲ ਆਰੰਭ ਕੀਤੀ ਹੈ। ਜੋ ਰਾਵੀ ਦੇ ਕੰਢੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਨਗਰ ਵਸਾਇਆ, ਜਿਸ ਨਗਰ ਦਾ ਨਾਮ ਰੱਖਿਆ ਕਰਤਾਰਪੁਰ ਸਾਹਿਬ। ਵੇਖੋ, ਆਪਣੇ ਨਾਮ ਤੇ ਨਗਰ ਦਾ ਨਾਂ ਨਹੀਂ ਰੱਖਿਆ, ਆਪਣੇ ਸਾਹਿਬਜ਼ਾਦਿਆਂ ਦੇ ਨਾਮ ਤੇ ਨਾਂ ਨਹੀਂ ਰੱਖਿਆ, ਆਪਣੇ ਮਾਤਾ ਪਿਤਾ ਦੇ ਨਾਮ ਤੇ ਨਾਂ ਨਹੀਂ ਰੱਖਿਆ। ਸਤ ਕਰਤਾਰ, ਸਤ ਕਰਤਾਰ ਹਰ ਵੇਲੇ ਮਹਾਰਾਜ ਦੀ ਰਸਨਾ ਤੇ ਰਹਿੰਦਾ ਤੇ ਕਰਤਾਰ ਦੇ ਨਾਮ ਉੱਤੇ ਹੀ ਗਰੀਬ ਨਵਾਜ ਨੇ ਨਗਰ ਦਾ ਨਾਮ ਰੱਖਿਆ। ਵੇਖੋ, ਗੁਰੂ ਸਾਹਿਬ ਦੇ ਤਾਂ ਨਗਰ ਵੀ ਉਪਦੇਸ਼ ਦਿੰਦੇ ਆ, ਨਗਰ ਵੀ। ਕਿਤੇ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਵੇਖੋ ਕੋਈ ਹੈ ਦੁਨੀਆ 'ਚ ਕਿਤੇ ਇਹ ਨਾਂ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਜਿੱਥੇ ਆ ਉਸ ਨਗਰੀ ਦਾ ਨਾਮ ਹੀ ਸ੍ਰੀ ਅੰਮ੍ਰਿਤਸਰ ਸਾਹਿਬ। ਫਿਰ ਸ੍ਰੀ ਤਰਨ ਤਾਰਨ ਸਾਹਿਬ,
है किते दुनिया 'ਚ होर किसी ने रखिया ये नाम? ये गुरु साहिबां ने नाम रखे। संसार भौजल तो तरन वास्ते जहाज दी न्याई श्री तरन ताਰਨ साहिब। फिर महाराज साहब ने नगर वसाया। छेवें पातशाह के वड्डे साहिबजादे ने बाबा गुरदित्ता जी ने ते नाम रखिया श्री कीरतपुर साहिब। किते करतार ते करतार दी कीर्ति, कीरतपुर साहिब। फिर दसम पातशाह ने नाम रखिया जिसनों नावें पातशाह ने वसाया नगर नूं, ते दसम पातशाह ने नाम रखिया श्री आनंदपुर साहिब। आनंद आनंदपुरी। गुरु साहिबां दे नगर भी वसाए होए विलखण ही आ, उन्हां दे नाम भी विलखण। वो नगरां दे नाम ही बहुत वड्डी सिक्ख्या देई जांदे आ। ये सिक्खा तू अमृत पीना, अमृत सिक्खा तेरी सांझ करतार दे नाल है। तू धर्म दी किरत करनी ते कीर्ति करनी है, कीर्ति। तू आनंदपुर दा वासी बनना है। तो इस करके जगत गुरु जी ने करतारपुर साहिब नगर वसाया करतार दे नाम ते। तां उस करतारपुर साहिब दे विच भाई साहब कहंदे जागर आई जगत दे राजे धन श्री गुरु नानक देव साहिब जी नूं आख्या भाई संतोख सिंह जी भी करतारपुर साहिब दे विच जगत दे राजा श्री गुरु नानक देव साहिब महाराज जी ने श्री गुरु अंगद देव साहिब महाराज नूं वडियाई दित्ती। वो वडियाई केड़ी? गुरता गद्दी दी वडियाई। श्री करतारपुर साहिब दे विच ही महाराज साहिब जी ने 1596 बिक्रमी संमत नूं बाबा लहणा जी नूं गुरता गद्दी दा तख्त बख्शिया, वडियाई दित्ती। ते आप महाराज साहिब जी ने सचखंड प्याना कीता है। ज्योति स्वरूप धन श्री गुरु नानक देव साहिब महाराज ने दूसरा शरीर बदलिया, जोत नहीं बदली। जोत इको ही वरती है साध संगत जी दसां जामियां विच, ते ओही जोत श्री गुरु ग्रंथ साहिब जी दे विच प्रकाशमान है। काया पलटदी रही है, शरीर पलटदा रहा है। इस करके गुरबाणी च आख्या जोत ओहा जुगत साए सह काया फेर पलटिया। जोत ओहो ही है, जुगती ओहो ही है। धन श्री गुरु नानक देव साहिब महाराज ने अपनी जोत बाबा लहणा जी दे विच स्थापित कर दिते ते दूसरा शरीर धारण कर लिया है। जोत ओही पलट लई है। जोत रूप बिभ तन पलटाना। अपनी जोत दूसरे शरीर दे विच महाराज ने धारण की है। शरीर बदलिया है, जोत नहीं बदली है। कहते किवें? भाई संतोख सिंह जी समझाउंदे आ जिवें अधपत नाम है राजे दा, बादशाह दा। जिवें एक बादशाह अपनी एक पोशाक ला करके वो दूसरी पोशाक पा करके ते फिर सभा विच आके सज के बैठ जावे। हुण पोशाक बदलण दे नाल बादशाह थोड़ा बदल गया किते साध संगत। बादशाह ने सवेरे पोशाक पहनी सी, दोपहर तक ओही रखी। दोपहर वेले अपने महलों में गया, पहली पोशाक ला के पासे रख दी है, नवी पोशाक पा के फिर सभा च आके अपने तख्त ते सज गया बादशाह। हुण बादशाह ने पोशाक बदल ली, पोशाक बदलण नाल बादशाह थोड़ा बदलिया। ज्यों अधपत एक पोशिश तज कै वैसा सभा दुतीए तन सज कै। जिवें बादशाह दूसरी पोशाक अपने शरीर ते सजा के सभा च बैठदा है, इसे तरह ही खडूर साहिब दे विच आके विराजमान हो गए। धन श्री गुरु नानक देव साहिब जी महाराज श्री गुरु अंगद देव साहिब दे रूप दे विच खडूर साहिब विच आके विराजमान होए। जिस श्री गुरु अंगद देव साहिब जी दा सिमरन करन दे नाल कलयुग दे पाप भज जाते हैं। गुरता गद्दी दे तख्त ते बैठ के धन श्री गुरु अंगद देव साहिब महाराज जी ने
ਸ੍ਰੀ ਖਡੂਰ ਸਾਹਿਬ ਦੇ ਵਿੱਚ ਨਿਵਾਸ ਕੀਤਾ ਹੈ। ਕਰਨ ਉਦਾਹਰਨ ਕਾਰਨੇ ਕਰਤ ਸੋ ਭਗਤ ਪ੍ਰਕਾਸ਼। ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸ੍ਰੀ ਖਡੂਰ ਸਾਹਿਬ ਦੇ ਵਿੱਚ ਭਗਤੀ ਦਾ ਪ੍ਰਕਾਸ਼ ਕਰ ਰਹੇ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਇੱਕ ਬਾਸਰ ਆਸਣ ਦਾਸ ਅਸੀਨ। ਇੱਕ ਦਿਨ ਦੀ ਗੱਲ ਹੈ ਕਿ ਮਹਾਰਾਜ ਸਾਹਿਬ ਜੀ ਦਾ ਆਸਣ ਲੱਗਿਆ ਹੋਇਆ ਤੇ ਆਸਣ ਉੱਤੇ ਅਸੀਨ ਹੋਏ ਆ, ਆਸਣ ਉੱਤੇ ਬੈਠੇ ਹੋਏ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਧਿਆਨ ਦੇ ਵਿੱਚ ਹੋਏ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਲੀਨ ਹੋ ਗਏ। ਇੱਕ ਰਸ ਨਿਰੰਤਰ ਹੀ ਮਹਾਰਾਜ ਸਾਹਿਬ ਜੀ ਨੇ ਆਪਣੇ ਨੇਤਰਾਂ ਦੇ ਜੋ ਕੋਨੇ ਹਨ ਉਹ ਮੂੰਦੇ ਹੋਏ ਆ, ਭਾਵ ਨੇਤਰ ਜਿਹੜੇ ਆ ਉਹ ਬੰਦ ਕੀਤੇ ਆ ਤੇ ਧਿਆਨ ਦੇ ਵਿੱਚ ਲੀਨ ਹੋਏ ਹਨ ਦੂਜੇ ਪਾਤਸ਼ਾਹ। ਫਿਰ ਇਸ ਤਰ੍ਹਾਂ ਹਿਰਦੇ ਦੇ ਵਿੱਚ ਵਿਚਾਰ ਪੈਦਾ ਹੋਈ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ। ਕਿੰਕਰ ਨਾਮ ਹੈ ਦਾਸ ਦਾ। ਕਹਿੰਦੇ ਵੀ ਸੋ ਦਾਸਾਂ ਦੇ ਜਿਨ੍ਹਾਂ ਨੇ ਭਰਮ ਵੀ ਬਿਗੋਏ ਨਾਸ ਕਰ ਦਿੱਤੇ, ਆਪਣੇ ਆਪ ਨੂੰ ਵੀ ਕਹਿੰਦੇ ਵੀ ਮੇਰੇ ਦਾਸ ਦੇ ਭਰਮ ਜਿਨ੍ਹਾਂ ਨੇ ਦੂਰ ਕੀਤੇ। ਹੋਰ ਵੀ ਅਨੇਕਾਂ ਦਾਸਾਂ ਦੇ ਭਰਮ ਜਿਨ੍ਹਾਂ ਨੇ ਦੂਰ ਕੀਤੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਉਹ ਕਹਿੰਦੇ ਵੀ ਪਰਮੇਸ਼ਰ ਦਾ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਜਿਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਭੇਦ ਕੋਈ ਨਹੀਂ, ਫਰਕ ਕੋਈ ਨਹੀਂ। ਕਿਵੇਂ? ਜਿਵੇਂ ਕਹਿੰਦੇ ਆ ਵੀ ਮੱਧ ਤਰੰਗ ਹੈ ਤੋਏ, ਤੋਏ ਨਾਮ ਪਾਣੀ ਦਾ, ਤਰੰਗੇ ਨਾਮ ਉਹਦੀਆਂ ਤਰੰਗਾਂ ਦਾ, ਲਹਿਰਾਂ ਦਾ। ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਫਰਕ ਨਹੀਂ ਹੁੰਦਾ, ਇਸੇ ਤਰ੍ਹਾਂ ਪਰਮੇਸ਼ਰ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਪਰਮੇਸ਼ਰ ਨੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਰੂਪ ਧਾਰਿਆ। ਇਸ ਤਰ੍ਹਾਂ ਚਿੱਤ ਦੀ ਪ੍ਰੀਤ ਦੀ ਰੀਤ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ। ਤੇ ਨਿਤਾ ਪ੍ਰਤੀ ਚਿੱਤ ਵਿੱਚ ਚਿਤਵਣੀ ਕਰਦੇ ਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਦੇ ਹਨ ਖਡੂਰ ਸਾਹਿਬ ਦੇ ਅੰਦਰ। ਪਹਿਲੇ ਭਵ ਦਾ ਅਰਥ ਹੈ ਸੰਸਾਰ, ਦੂਜੇ ਭਵ ਦਾ ਅਰਥ ਹੈ ਜਨਮ। ਸੰਸਾਰ ਦੇ ਵਿੱਚ ਜਨਮ ਭਾਵ ਸੰਸਾਰ ਦੇ ਵਿੱਚ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਹੜੀ ਵਿਧੀ ਨਾਲ ਲਿਆ, ਕਿਸ ਢੰਗ ਕਿਸ ਤਰੀਕੇ ਦੇ ਨਾਲ ਲਿਆ। ਹੁਣ ਚਿੱਤ ਵਿੱਚ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਚੇਤੇ ਕਰਦੇ ਆ ਕਿ ਗੁਰੂ ਸਾਹਿਬ ਜੀ ਨੇ ਕਿਵੇਂ ਪ੍ਰਕਾਸ਼ ਧਾਰਿਆ। ਫਿਰ ਬਚਪਨ ਦੇ ਜਿਹੜੇ ਕੌਤਕ ਆ, ਫਿਰ ਯੁਵਾ ਅਵਸਥਾ ਦੇ, ਜਵਾਨੀ ਦੇ ਜੋ ਬਿਲਾਸ ਕੌਤਕ ਹਨ। ਉਹ ਕਿਹੜਾ ਸਿਆਣਾ ਸਿੱਖ ਹੋਵੇ ਜਿਹੜਾ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਵੇ। ਉਹ ਬਚਪਨ ਦੇ ਕੌਤਕ ਵੀ ਮਹਾਰਾਜ ਦੇ ਜਾਣਦਾ ਹੋਵੇ ਵੀ ਬਚਪਨ ਵਿੱਚ ਕੀ ਖੇਲਾਂ ਖੇਲੀਆਂ ਰਾਏ ਭੋਏ ਦੀ ਤਲਵੰਡੀ ਵਿੱਚ। ਉਹ ਸਿੱਖ ਜਵਾਨੀ ਦੇ ਮਹਾਰਾਜ ਦੇ ਕੌਤਕਾਂ ਨੂੰ ਵੀ ਜਾਣਦਾ ਹੋਵੇ। ਭਾਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਵਾਹ ਅੰਤਰਜਾਮੀ ਆ, ਪਰ ਸਤਿਗੁਰਾਂ ਨੇ ਕਦੀ ਵੀ ਆਪਾ ਨਹੀਂ ਜਣਾਇਆ ਕਿ ਸਤਿਗੁਰੂ ਸਾਹਿਬ ਜੀ ਤੋਂ ਕੁਝ ਵੀ ਨਹੀਂ ਲੁਕਿਆ ਛਿਪਿਆ ਹੋਇਆ। ਸਭ ਕੁਝ ਆਪ ਹੀ ਸਾਧ ਸੰਗਤ ਜੀ ਆਪ ਵੀ ਲਿਖਾ ਸਕਦੇ ਸਨ, ਸਿੱਖਾਂ ਨੂੰ ਦੱਸ ਸਕਦੇ ਸੀ। ਉਹੀ ਗੁਰੂ ਨਾਨਕ ਸਾਹਿਬ ਦੀ ਜੋਤ ਹੁਣ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੋਈ ਆ, ਪਰ ਆਪਣੇ ਆਪ ਨੂੰ ਮਹਾਰਾਜ ਨੇ ਅਜਰ ਨੂੰ ਜਰਿਆ ਹੋਇਆ ਤੇ ਮਹਾਰਾਜ ਅੰਤਰਜਾਮੀ ਜਾਣਦੇ ਆ ਵੀ ਐਸਾ ਸਿੱਖ ਹੈ। ਕਹਿੰਦੇ ਵੀ ਕੋਈ ਐਸਾ ਸਿੱਖ ਹੋਵੇ ਜਿਹੜਾ ਮਹਾਰਾਜ ਦੇ ਬਚਪਨ ਦੇ ਸਾਰੇ ਕੌਤਕ ਜਾਣਦਾ ਹੋਵੇ, ਜਵਾਨੀ ਦੇ ਸਾਰੇ ਕੌਤਕ ਜਾਣਦਾ ਹੋਵੇ ਤੇ ਸਾਨੂੰ ਆ ਕੇ ਸੁਣਾਵੇ। ਕਿਉਂਕਿ ਜੇ ਵੇਖੀਏ ਇਤਿਹਾਸਕ ਪੱਖ, ਸਰੀਰਕ ਪੱਖ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਆਪ ਜੀ ਦੀ ਜਦੋਂ 28 ਸਾਲ ਦੀ ਸਰੀਰ ਕਾਰਬਲਾ ਸੀ ਨਾ, 28 ਸਾਲ ਦੀ ਸਰੀਰ ਕਾਰਬਲਾ 1599 ਬਿਕਰਮੀ ਸੰਮਤ ਨੂੰ 28 ਸਾਲ ਦੀ ਸਰੀਰ ਕਾਰਬਲਾ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਪਹਿਲਾ ਮਿਲਾਪ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਤੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਉਸ ਮੌਕੇ ਤੇ 63 ਸਾਲ ਦੀ ਉਮਰ ਸੀ।
ਇਹ ਸਾਧ ਸੰਗਤ ਜੀ ਇਤਿਹਾਸ ਦੇ ਵਿੱਚੋਂ ਕੋਈ ਨੁਕਤੇ ਹੀ ਹੁੰਦੇ ਆ ਧਿਆਨ ਵਿੱਚ ਲਿਆਉਣ ਵਾਲੇ। ਹਾਂ, ਸਾਖੀ ਯਾਦ ਰਹਿ ਜਾਂਦੀ, ਇਤਿਹਾਸ ਯਾਦ ਰਹਿੰਦਾ ਧਿਆਨ ਨਾਲ ਇਕਾਗਰ ਨਾਲ ਪੜ੍ਹੀਏ ਸੁਣੀਏ ਤਾਂ। ਨਹੀਂ ਤੇ ਕੁਝ ਗੱਲਾਂ ਹੁੰਦੀਆਂ ਵੀ ਅੱਜ ਇਤਿਹਾਸ ਦੀ ਕਥਾ ਵਿੱਚ ਆਹ ਗੱਲ ਆਈ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਹਿਲਾ ਮਿਲਾਪ ਜਦੋਂ ਹੋਇਆ ਬਾਬਾ ਲਹਿਣਾ ਜੀ ਦੇ ਰੂਪ ਵਿੱਚ, ਤੇ ਬਾਬਾ ਲਹਿਣਾ ਜੀ ਦੀ 28 ਸਾਲ ਦੀ ਉਮਰ ਸੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ 63 ਸਾਲ ਦੀ ਉਮਰ ਸੀ। ਉਸ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਦੋਂ ਪਹਿਲਾ ਮਿਲਾਪ ਹੋਇਆ। ਹੁਣ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਆ, ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਧਿਆਨ ਵਿੱਚ ਜੁੜਦੇ ਆ ਤੇ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਐਸਾ ਕੋਈ ਸਿੱਖ ਹੋਵੇ, ਸਿਆਣਾ ਸਿੱਖ। ਇਤਿਹਾਸ ਕਹੈ ਸਿੱਖ ਕੌਣ ਪ੍ਰਵੀਨੋ, ਉਹ ਕੌਣ ਪ੍ਰਵੀਨ ਸਿਆਣਾ ਸਿੱਖ ਹੋ ਸਕਦਾ ਜਿਹੜਾ ਮਹਾਰਾਜ ਦਾ ਬਚਪਨ ਦਾ ਵੀ ਇਤਿਹਾਸ ਸੁਣਾਵੇ, ਜਵਾਨੀ ਮੌਕੇ ਦਾ ਵੀ ਇਤਿਹਾਸ ਸੁਣਾਵੇ। ਸਭ ਦੇਸ਼ ਵਿਦੇਸ਼ਨ ਕੋ ਰਟਨੋ, ਫਿਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਰਟਨ ਕਰਨ ਦਾ ਇਤਿਹਾਸ ਵੀ ਉਹ ਸਿੱਖ ਸੁਣਾ ਦੇਵੇ ਸਾਨੂੰ। ਕੋਈ ਐਸਾ ਸਿੱਖ ਹੋਵੇ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਹਾਰਾਜ ਦੇ ਨਾਲ ਵਿਚਰਿਆ ਹੋਵੇ। ਜਦੋਂ ਸਤਿਗੁਰੂ ਜੀ ਨੇ ਉਦਾਸੀਆਂ ਕੀਤੀਆਂ ਉਹ ਇਤਿਹਾਸ ਵੀ ਸਾਨੂੰ ਸੁਣਾਵੇ। ਜੋ ਮਹਾਰਾਜ ਸਾਹਿਬ ਜੀ ਨੇ ਕਟਣੋਂ ਕੱਟਣੇ ਕੀਤੇ ਆ, ਜਿਹੜੇ ਕੁਟਲਤਾਈਆਂ ਟੇਢਤਾਈਆਂ ਤੇ ਵੱਡੇ ਲੋਕਾਂ ਨੇ ਦੰਭ ਪਖੰਡ ਕੀਤੇ ਸੀ ਨਾ ਸੰਸਾਰ ਵਿੱਚ, ਉਹ ਟੇਢਤਾਈਆਂ ਨੂੰ, ਵੱਡੇ ਵੱਡੇ ਦੰਭਾਂ ਪਖੰਡਾਂ ਨੂੰ ਮਹਾਰਾਜ ਨੇ ਕੱਟ ਦਿੱਤਾ। ਉਹ ਜਿਹੜਾ ਇਤਿਹਾਸ ਹੈ ਪਖੰਡ ਨੂੰ ਕੱਟਣ ਵਾਲਾ, ਕੁਟਲਤਾਈਆਂ ਨੂੰ ਕੱਟਣ ਵਾਲਾ, ਟੇਢੇ ਰਾਹ ਚੱਲਣ ਵਾਲਿਆਂ ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਸਿੱਖ ਸੁਣਾਵੇ ਸਾਨੂੰ। ਚਿੱਤ ਚਿੰਤਤ ਦੇਤ ਅਚਿੰਤਤਤਾ। ਐਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਚਿੱਤ ਵਿੱਚ ਚਿੰਤਨ ਕਰੀਏ, ਚੇਤੇ ਕਰੀਏ ਤੇ ਚੇਤੇ ਕਰਨ ਵਾਲੇ ਨੂੰ ਅਚਿੰਤਤਤਾ ਦੇ ਦਿੰਦੇ ਆ ਵੀ ਅਚਿੰਤਤਾਈ, ਚਿੰਤਾ ਤੋਂ ਰਹਿਤ ਅਵਸਥਾ ਦੇ ਦਿੰਦੇ ਹਨ। ਜਿਹੜਾ ਵੀ ਇਕਾਂਤ ਬੈਠ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਰਸ ਦੇ ਵਿੱਚ, ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ। ਸ੍ਰੀ ਗੁਰ ਬਰਸਰ ਬੱਗ ਔਰ, ਦੋਹਰੇ ਦਾ ਅੱਧ ਚ ਵਿਸਰਾਮ ਲੱਗਦਾ ਹੁੰਦਾ। ਸ੍ਰੀ ਗੁਰ ਬਰਸਰ ਬੱਗ ਔਰ ਡਰ ਹਾਰ ਆਰ ਜੁਰ ਤੀਨ। ਕਹਿੰਦੇ ਆ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਸਰਬ ਸ਼ਕਤੀਮਾਨ। ਇੱਥੇ ਭਾਈ ਸਾਹਿਬ ਕਹਿ ਰਹੇ ਵੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਰ ਸ੍ਰੇਸ਼ਟ ਤੇ ਸਰਬੱਗ ਔਰ ਜੋ ਹਿਰਦੇ ਦੇ ਵਿੱਚ ਸਰਬੱਗ ਵਾ, ਸਰਬ ਕੁਝ ਜਾਣਨ ਵਾਲੇ, ਸਰਬ ਗਿਆਤਾ ਵਾ, ਸਾਰਾ ਗਿਆਨ ਵਾ ਮਹਾਰਾਜ ਸਾਹਿਬ ਨੂੰ, ਸਾਰਾ ਇਤਿਹਾਸ ਦਾ ਪਤਾ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ। ਹਿਰਦੇ ਦੇ ਵਿੱਚ ਸਾਰੀ ਸਰਬੱਗਤਾ ਹੀ ਹੈ ਮਹਾਰਾਜ ਸਾਹਿਬ ਜੀ ਦੇ, ਸਰਬ ਗਿਆਤਾ ਹਨ। ਤੇ ਗਰੀਬ ਨਵਾਜ ਸਤਿਗੁਰੂ ਜੀ ਡਰ ਹਰ, ਡਰਾਂ ਨੂੰ ਹਰ ਕਹੀਏ ਦੂਰ ਕਰਨ ਵਾਲੇ ਆ। ਹਰ ਜੁਰ ਤੀਨ, ਜੁਰ ਕਹਿੰਦੇ ਤਾਪ ਨੂੰ, ਜਿਹੜੇ ਤਿੰਨੇ ਹੀ ਤਾਪ ਆਦਿ ਵਿਆਧੀ ਉਪਾਧੀ ਤਿੰਨਾਂ ਤਾਪਾਂ ਨੂੰ ਨਾਸ ਕਰਨ ਵਾਲੇ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਆਪਣੇ ਹਿਰਦੇ ਦੇ ਵਿੱਚ ਮਨੋਰਥ ਕੀਤਾ ਹੈ, ਫੁਰਨਾ ਪੈਦਾ ਕੀਤਾ ਹੈ ਵੀ ਐਸੇ ਸਮਰੱਥ ਸਰਬੱਗ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਲਿਖਾਇਆ ਜਾਵੇ। ਪਹਿਲਾਂ ਆਪ ਸੁਣੀਏ, ਸੁਣਿਆ ਜਾਵੇ, ਸੁਣਨ ਦੇ ਨਾਲ ਨਾਲ ਲਿਖਾਇਆ ਜਾਵੇ। ਫਿਰ ਆਉਣ ਵਾਲੇ ਸਮੇਂ ਵਿੱਚ ਸਿੱਖ ਪੜ੍ਹਨਗੇ, ਇਤਿਹਾਸ ਨੂੰ ਸੁਣਨਗੇ ਤੇ ਸਿੱਖਾਂ ਦੀ ਕਲਿਆਣ ਹੋਵੇਗੀ। ਜਦੋਂ ਸਿੱਖ ਸੁਣਨਗੇ, ਪੜ੍ਹਨਗੇ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ, ਫਿਰ ਸਿੱਖਾਂ ਦਾ ਭਲਾ ਹੋਵੇਗਾ, ਗਤ ਹੋਵੇਗੀ, ਮੁਕਤੀ ਹੋਵੇਗੀ। ਜਦੋਂ ਸਿੱਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਪੜ੍ਹਿਆ ਸੁਣਿਆ ਕਰਨਗੇ। ਇਧਰਲੇ ਪਾਸੇ ਤਾਂ ਕਹਿੰਦੇ ਹਨ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਇਹ ਵਿਚਾਰ ਆਈ ਹੈ ਖਡੂਰ ਸਾਹਿਬ ਦੇ ਅੰਦਰ। ਉਧਰਲੇ ਪਾਸੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਭਾਈ ਬਾਲਾ ਜੀ ਜਿਨ੍ਹਾਂ ਦੀ ਸੰਧੂ ਗੋਤ ਹੈ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਿਆਰੇ ਸਿੱਖ ਆ,
ਤੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਮਿੱਤਰ ਕਹਿ ਕੇ ਵੀ ਮਾਣ ਦਿੱਤਾ। ਉਤ ਬਾਲੇ ਸੰਧੂ ਸੋ ਵਿਚਾਰਾ, ਉਧਰ ਰਾਏ ਭੋਏ ਦੀ ਤਲਵੰਡੀ ਵਿੱਚ ਭਾਈ ਬਾਲੇ ਸੰਧੂ ਨੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਸ੍ਰੀ ਨਾਨਕ ਦੇ ਹਰ ਅਵਤਾਰਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਹੋਏ ਆ ਪਰਮੇਸ਼ਰ ਦਾ ਅਵਤਾਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਅਵਤਾਰ। ਨਿਜ ਸਥਾਨ ਸੋ ਕੌਣ ਬਿਠਾਇਓ, ਵੀ ਆਪਣੇ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਕਿਹਨਾਂ ਨੂੰ ਬਿਠਾਇਆ, ਕਿਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ। ਇਸ ਦਰਸ਼ਨ ਜੀਰਾ ਲਲਚਾਇਓ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਹਿਰਦਾ ਲਲਚਾਉਂਦਾ ਹੈ ਕਿ ਪਰਮੇਸ਼ਰ ਸਰੂਪ ਹੋਏ ਆ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਉਹਨਾਂ ਨੇ ਆਪਣੇ ਥਾਂ ਦੇ ਉੱਤੇ ਕਿਹਨਾਂ ਨੂੰ ਬਿਠਾਇਆ ਹੈ, ਜਾ ਕਰਕੇ ਉਹਨਾਂ ਦੇ ਦਰਸ਼ਨ ਕਰੀਏ। ਬਹੁ ਨਰਮ ਹੈ ਬੋਲਿਓ ਇਮ ਬਾਲਾ, ਬਹੁਤੇ ਆਦਮੀਆਂ ਦੇ ਵਿੱਚ ਇਸ ਤਰ੍ਹਾਂ ਭਾਈ ਬਾਲਾ ਜੀ ਬੋਲੇ। ਇੱਕ ਸਿੱਖ ਬਾਚ ਭਾਗਿਓ ਤਹਿ ਕਾਲਾ, ਕਹਿੰਦੇ ਰਾਏ ਭੋਏ ਦੀ ਤਲਵੰਡੀ ਵਿੱਚ ਬਹੁਤੇ ਸਿੱਖਾਂ ਸੇਵਕਾਂ ਦੇ ਵਿੱਚ ਇਹ ਗੱਲ ਕੀਤੀ ਭਾਈ ਬਾਲਾ ਜੀ ਨੇ, ਤੇ ਉਹਨਾਂ ਬਹੁਤੇ ਆਦਮੀਆਂ ਦੇ ਵਿੱਚੋਂ ਇੱਕ ਸਿੱਖ ਨੇ ਫਿਰ ਬਚਨ ਕੀਤਾ। ਦੇਹਨ ਗੋਤ ਅੰਗਦ ਤਹਿ ਨਾਮੂ, ਉਹਨੇ ਆਖਿਆ ਭਾਈ ਬਾਲਾ ਜੀ ਮੈਂ ਸੁਣਿਆ ਹੈ ਕਿ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਥਾਂ ਤੇ ਗੁਰਿਆਈ ਦਿੱਤੀ ਹੈ ਨਾ, ਉਹਨਾਂ ਦੀ ਤੇਹਣ ਗੋਤ ਹੈ ਤੇ ਅੰਗਦ ਉਹਨਾਂ ਦਾ ਨਾਮ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਦਾ ਨਾਮ ਹੈ। ਤਾ ਉਚਤ ਭਇਓ ਅਭਿਰਾਮੂ, ਗੁਰਤਾ ਗੱਦੀ ਦੇ ਜੋਗ ਅਭਿਰਾਮੂ ਜੋ ਸੁੰਦਰ ਗੁਰਤਾ ਗੱਦੀ ਹੈ ਉਹਦੇ ਉਹ ਜੋਗ ਹੋਏ ਹਨ। ਇਸ ਤਰ੍ਹਾਂ ਜਦੋਂ ਕੰਨਾਂ ਦੇ ਵਿੱਚ ਇਹ ਗੱਲ ਸੁਣੀ ਨਾ ਭਾਈ ਬਾਲਾ ਜੀ ਨੇ ਤੇ ਉਹਨਾਂ ਦੇ ਸਰੀਰ ਦੇ ਰੋਮ ਰੋਮ ਖਿੜ ਗਏ, ਚਾਅ ਚੜ ਗਿਆ ਉਹਨਾਂ ਨੂੰ। ਸਾਰੀ ਰੋਮਾਵਲੀ ਜਿਹੜੀ ਸੀ ਉਹ ਖੇੜੇ ਦੇ ਸਹਿਤ ਹੋ ਗਈ, ਖਿੜ ਗਏ ਰੋਮ ਰੋਮ ਤੇ ਅੰਗਾਂ ਵਿੱਚ ਨਹੀਂ ਸਮਾਉਂਦੇ, ਇੰਨੀ ਖੁਸ਼ੀ ਹੈ। ਤੇ ਰਾਏ ਭੋਏ ਦੀ ਤਲਵੰਡੀ ਤੋਂ ਕਹਿੰਦੇ ਛੇਤੀ ਨਾਲ ਦੌੜ ਕੇ ਚੱਲ ਪਏ। ਕਦੋਂ ਆਏ ਆ? ਕਹਿੰਦੇ ਕੱਤਕ ਮਹੀਨੇ ਦੀ ਪੁੰਨਿਆ ਦਾ ਦਿਨ ਸੀ, ਜਦੋਂ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕੇ ਖਡੂਰ ਸਾਹਿਬ ਪਹੁੰਚੇ ਤੇ ਆ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਹੱਥ ਜੋੜ ਕਰਕੇ ਹਿਰਦੇ ਦੀ ਭਾਵਨਾ ਨਾਲ ਬੰਦਨਾ ਕੀਤੀ ਹੈ, ਸੀਸ ਨਵਾ ਕੇ, ਸੀਸ ਝੁਕਾ ਕੇ, ਹੱਥ ਜੋੜ ਕੇ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਭਾਈ ਬਾਲਾ ਜੀ ਨੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਵੇਖਦਿਆਂ ਹੀ ਮਗਨ ਹੋ ਗਏ, ਮਸਤ ਹੋ ਗਏ, ਆਉਣਾ ਸਫਲ ਕਰ ਲਿਆ, ਕਿਉਂਕਿ ਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਗਿਆ, ਆਉਣਾ ਸਫਲ ਹੋ ਗਿਆ। ਤੇ ਸੁਖ ਮੰਨ ਕਰਕੇ ਬੈਠੇ ਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਆਗਿਆ ਨੂੰ ਮੰਨ ਕਰਕੇ ਮਹਾਰਾਜ ਨੇ ਆਗਿਆ ਕੀਤੀ, ਭਾਈ ਜੀ ਬੈਠ ਜਾਓ, ਤੇ ਭਾਈ ਬਾਲਾ ਜੀ ਬੈਠ ਗਏ। ਪੁੰਨ ਤੇ ਵਿਸਰਾਮ, ਸਤ ਕਰਤਾਰ ਕੋ ਉਚਾਰ ਕੇ ਬੂਝਤ ਪੁੰਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਰਸਨਾ ਤੋਂ ਉਚਾਰਨ ਕੀਤਾ ਸਤ ਕਰਤਾਰ, ਕਿਉਂਕਿ ਜਗਤ ਗੁਰੂ ਜੀ ਵੀ ਉਚਾਰਿਆ ਕਰਦੇ ਸੀ ਸਤ ਕਰਤਾਰ। ਹੁਣ ਦੂਜੇ ਪਾਤਸ਼ਾਹ ਜੀ ਨੇ ਵੀ ਉਚਾਰਿਆ ਰਸਨਾ ਤੋਂ, ਆਖਿਆ ਸਤ ਕਰਤਾਰ। ਸਤ ਕਰਤਾਰ ਉਚਾਰਨ ਕਰਕੇ ਭਾਈ ਬਾਲਾ ਜੀ ਨੂੰ ਫਿਰ ਪੁੱਛਣ ਲੱਗੇ, ਕਹਿੰਦੇ ਭਾਈ ਜੀ ਤੁਸੀਂ ਕਿੱਥੋਂ ਆਏ ਹੋ, ਸੁਣਾ ਕੇ ਦੱਸੋ। ਜਿੰਨੀ ਸ਼ਕਤੀ ਸਮਰੱਥਾ ਸੀ ਨਾ, ਜੋ ਭੇਟਾ ਭਾਈ ਬਾਲਾ ਜੀ ਲੈ ਕੇ ਆਏ ਸੀ, ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਬਣਾ ਸਵਾਰ ਕੇ ਧਰ ਦਿੱਤੀ, ਰੱਖ ਦਿੱਤੀ। ਫਿਰ ਭਾਈ ਬਾਲਾ ਜੀ ਬੋਲੇ ਬਚਨਾਂ ਦੇ ਵਿੱਚ ਬੇਨਤੀ ਪਾ ਕੇ। ਵੇਖੋ ਕੈਸੀ ਗੱਲ ਹੈ, ਬਚਨ ਬੋਲੇ ਆ ਪਰ ਬਚਨਾਂ ਵਿੱਚ ਬੇਨਤੀ ਪਾ ਕੇ ਬੋਲੇ। ਇੱਕ ਸਿੱਧਾ ਬੋਲਣਾ ਹੁੰਦਾ, ਇੱਕ ਬੇਨਤੀ ਵਾਲੇ ਬਚਨ ਬੋਲਣੇ ਹੁੰਦੇ। ਬੇਨਤੀ ਪਾ ਕਰਕੇ ਬੋਲਾਂ ਦੇ ਵਿੱਚ ਨਿਮਰਤਾ ਦੇ ਸਹਿਤ ਬੋਲੇ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਕਿਰਪਾਲੂ ਸਤਿਗੁਰੂ ਜੀ, ਆਪ ਜੀ ਸੁਣੋ ਮੇਰੀ ਬੇਨਤੀ। ਮੇਰਾ ਨਾਮ ਭਾਈ ਬਾਲਾ ਹੈ, ਮੇਰੀ ਗੋਤ ਸੰਧੂ ਹੈ।
ਜੋ ਰਾਏ ਭੋਏ ਦੀ ਤਲਵੰਡੀ ਨਗਰ ਹੈ। ਸਤਿਗੁਰੂ ਜੀ ਉਹ ਮੇਰਾ ਵਤਨ ਜਨਮ ਹੈ, ਮੇਰਾ ਉੱਥੋਂ ਦਾ ਜਨਮ ਹੈ, ਰਾਏ ਭੋਏ ਦੀ ਤਲਵੰਡੀ ਦਾ। ਗੁਰੂ ਜੀ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦੀ ਲਾਲਸਾ ਸੀ ਮੇਰੇ ਹਿਰਦੇ ਵਿੱਚ ਕਿ ਆਪ ਜੀ ਦੇ ਦਰਸ਼ਨ ਕਰਾਂ। ਇਸ ਕਰਕੇ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਆਇਆ ਹਾਂ ਖਡੂਰ ਸਾਹਿਬ ਦੀ ਧਰਤੀ ਤੇ। ਮਹਾਰਾਜ ਆਪ ਜੀ ਦੀ ਮੈਂ ਮਹਿਮਾ ਸੁਣੀ ਹੈ ਕਿ ਆਪ ਜੀ ਅਜਰ ਨੂੰ ਜਰਨ ਵਾਲੇ ਹੋ, ਅਜਰ ਸਮਰੱਥਾ ਨੂੰ, ਅਜਰ ਸ਼ਕਤੀ ਨੂੰ ਆਪ ਜੀ ਨੇ ਜਰਿਆ ਹੋਇਆ ਹੈ ਤੇ ਵੱਡੇ ਹੀ ਧੀਰਜ ਧਾਰੀ ਹੋ। ਇਹ ਮੈਂ ਆਪ ਜੀ ਦੀ ਭਾਰੀ ਮਹਿਮਾ ਸਰਵਣ ਕੀਤੀ ਹੈ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਬੇਨਤੀ ਕੀਤੀ। ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਇਹ ਵੱਖਰਾ ਵੱਖਰਾ ਹੀ ਬੋਲੀਦਾ, ਉਹ ਹੈ ਨਹੀਂ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਭਾਈ ਜੀ ਤੁਹਾਡਾ ਗੁਰੂ ਕੌਣ ਹੈ? ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਭਾਈ ਜੀ ਤੁਹਾਡਾ ਗੁਰੂ ਕੌਣ ਹੈ ਦੱਸੋ। ਤੇ ਤੁਸੀਂ ਇਹ ਵੀ ਉਚਾਰਨ ਕਰਕੇ ਦੱਸੋ ਜੋ ਤੁਹਾਡਾ ਮਤ ਹੈ। ਤੁਸੀਂ ਕਿਹੜਾ ਮਤ ਧਾਰਨ ਕੀਤਾ ਹੋਇਆ, ਤੁਹਾਡਾ ਧਰਮ ਕਿਹੜਾ ਹੈ, ਤੁਹਾਡਾ ਮਤ ਕਿਹੜਾ ਹੈ ਭਾਈ ਜੀ। ਕਿਉਂਕਿ ਤੁਹਾਡੇ ਬਚਨ ਬੜੇ ਮਿੱਠੇ ਆ, ਤੁਹਾਡਾ ਸੁਭਾਅ ਬੜਾ ਭਲਾ ਹੈ, ਬਹੁਤ ਕੋਮਲ ਸੁਭਾਅ ਹੈ ਤੁਹਾਡਾ ਤੇ ਤੁਹਾਡੇ ਬੋਲ ਬੜੇ ਮਿੱਠੇ ਹਨ ਤੇ ਤੁਹਾਨੂੰ ਵਿਸ਼ੇ ਵਿਕਾਰਾਂ ਦੀ ਹਵਾ ਸਪਰਸ਼ ਹੀ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਵਿਸ਼ੇ ਵਿਕਾਰਾਂ ਦੀ ਵਾਹ ਨਹੀਂ ਸਪਰਸ਼ ਕੀਤੀ, ਤੁਹਾਡੇ ਬੋਲ ਬੜੇ ਮਿੱਠੇ, ਤੁਹਾਡਾ ਸੁਭਾਅ ਬੜਾ ਕੋਮਲ ਹੈ। ਦੱਸੋ ਤਾਂ ਸਹੀ ਵੀ ਤੁਹਾਡਾ ਗੁਰੂ ਕੌਣ ਹੈ। ਹੱਥ ਜੋੜ ਗਏ ਭਾਈ ਬਾਲਾ ਜੀ ਦੇ, ਹੱਥ ਜੋੜ ਕਰਕੇ ਭਾਈ ਬਾਲਾ ਜੀ ਬੋਲੇ, ਸਤਿਗੁਰੂ ਜੀ ਆਪ ਅੰਤਰਜਾਮੀ ਹੋ ਤੇ ਆਪ ਜੀ ਨੂੰ ਸਾਰੀ ਗਿਆਤ ਹੈ, ਆਪ ਸਭ ਕੁਝ ਜਾਣਦੇ ਹੋ। ਫਿਰ ਵੀ ਮਹਾਰਾਜ ਆਪ ਜੀ ਨੇ ਹੁਕਮ ਕੀਤਾ, ਆਪ ਜੀ ਦੇ ਪੁੱਛਣ ਦੇ ਅਨੁਸਾਰ ਆਪ ਜੀ ਸੁਣੋ। ਮਹਾਰਾਜ ਮੈਂ ਸੁਧਾਰ ਕੇ ਸਾਰੀ ਬੇਨਤੀ ਕਰਕੇ ਦੱਸਦਾ ਹਾਂ। ਸਤਿਗੁਰੂ ਜੀ ਮੇਰੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਪੂਰਨ ਸਤਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਪੂਰੇ ਸਤਿਗੁਰੂ ਹਨ। ਕਲਯੁਗ ਦੇ ਜੋ ਪਾਪ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਰਜ, ਚਰਨਾਂ ਦੀ ਧੂੜ, ਜਿੰਨੇ ਵੀ ਕਲਯੁਗ ਦੇ ਪਾਪ ਤੇ ਰੋਗ ਆ ਉਹਨਾਂ ਨੂੰ ਚੂਰਨ, ਉਹਨਾਂ ਨੂੰ ਚੂਰ ਚੂਰ ਕਰ ਦੇਣ ਵਾਲੀ, ਉਹਨਾਂ ਨੂੰ ਖਤਮ ਕਰਨ ਵਾਲੇ, ਰੋਗਾਂ ਨੂੰ ਖਤਮ ਕਰਨ ਵਾਲੀ ਮਹਾਰਾਜ ਦੇ ਚਰਨਾਂ ਦੀ ਰਜ ਜਾਣੋ ਇੱਕ ਚੂਰਨ ਹੈ। ਜੋ ਦੰਭ ਰੂਪੀ ਮਤੰਗਾ ਹਾਥੀ ਹੈ ਨਾ, ਮਸਤਿਆ ਹੋਇਆ ਹਾਥੀ ਪਖੰਡ, ਉਸ ਨੂੰ ਖਤਮ ਕਰਨ ਵਾਸਤੇ ਕੇਸਰ ਸ਼ੇਰ ਦੀ ਨਿਆਈ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਤੇ ਸੰਸਾਰ ਦੇ ਵਿੱਚ ਭਾਉ ਭਗਤੀ ਰੂਪੀ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ ਜਗਤ ਦੇ ਵਿੱਚ ਬੱਦਲ ਦੀ ਨਿਆਈ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਕਿਉਂਕਿ ਸਾਧ ਸੰਗਤ ਜੀ ਜੇ ਮੀਂਹ ਨਾ ਪਵੇ ਤੇ ਖੇਤੀ ਵੀ ਪ੍ਰਫੁੱਲਤ ਨਹੀਂ ਹੁੰਦੀ ਹੈ। ਅੱਜ ਇਸ ਤਰ੍ਹਾਂ ਦੀ ਗਰਮੀ ਪੈ ਰਹੀ ਆ, ਜੇ ਮੀਂਹ ਨਾ ਪਵੇ ਤੇ ਜਿੰਨੀਆਂ ਮਰਜ਼ੀ ਜ਼ਿਮੀਂਦਾਰ ਮੋਟਰਾਂ ਚਲਾਈ ਜਾਣ ਝੋਨਾ ਸੁੱਕੀ ਜਾਣਾ। ਝੋਨਿਆਂ 'ਚ ਪਾਣੀ ਉਦੋਂ ਹੀ ਖਲੋਣਾ ਜਦੋਂ ਉੱਤੋਂ ਮੀਂਹ ਪਿਆ। ਤੋ ਇਸ ਕਰਕੇ ਕਹਿੰਦੇ ਵੀ ਭਾਉ ਭਗਤ ਦੀ ਜਿਹੜੀ ਖੇਤੀ ਹੈ ਨਾ, ਭਾਉ ਭਗਤ ਰੂਪੀ ਖੇਤੀ ਨੂੰ ਪ੍ਰਫੁੱਲਤ ਕਰਨ ਵਾਸਤੇ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੱਦਲ ਦੀ ਨਿਆਈ ਆ। ਉਹਨਾਂ ਨੇ ਭਾਉ ਭਗਤੀ ਆਪਣੇ ਉਪਦੇਸ਼ਾਂ ਦੀ ਝੜੀ ਲਾ ਕੇ ਮੀਂਹ ਪਾ ਕੇ ਭਾਉ ਭਗਤੀ ਪੈਦਾ ਕੀਤੀ ਹੈ। ਇਹ ਬੇਨਤੀ ਭਾਈ ਬਾਲਾ ਜੀ ਦੀ ਸੁਣ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਚਨ ਕੀਤਾ। ਆਖਿਆ ਭਾਈ ਜੀ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਆ?
ਤੁਸੀਂ ਸਤਿਗੁਰਾਂ ਦਾ ਸੋਹਣਾ ਰੂਪ ਵੇਖਿਆ ਹੈ। ਕਬ ਕੀ ਗੁਰ ਸਿੱਖੀ ਮਨ ਮਾਨੀ, ਕਦੋਂ ਕਦੀ ਤੁਸੀਂ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕੀਤੀ, ਮਨ ਵਿੱਚ ਸਿੱਖੀ ਮੰਨੀ ਹੈ। ਪਰਮ ਪ੍ਰੇਮ ਕਹਿ ਮਤਲਬ ਟਾਮੀ, ਭਾਈ ਜੀ ਤੁਹਾਡੀ ਬਹੁਤ ਪਰਮ ਪ੍ਰੇਮ ਦੇ ਵਿੱਚ, ਵੱਡੇ ਪ੍ਰੇਮ ਦੇ ਵਿੱਚ ਮਤ ਜਿਹੜੀ ਉਹ ਲੱਪੀ ਹੋਈ ਹੈ। ਬਾਲਾ ਬੋਲਿਓ ਸੁਣ ਦਿਆਲਾ, ਭਾਈ ਬਾਲਾ ਜੀ ਬੋਲੇ, ਹੇ ਦਇਆ ਦੇ ਘਰ ਦਿਆਲੂ ਸਤਿਗੁਰੂ ਜੀ ਸੁਣੋ। ਜਿਨ ਕੇ ਸੰਗ ਰਹਿਓ ਜਿਨ ਕਾਲਾ, ਮਹਾਰਾਜ ਮੈਂ ਬਹੁਤ ਚਿਰ ਲੰਮਾ ਸਮਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਰਿਹਾ ਹਾਂ, ਦੀਨ ਵਰਖ ਕਰ ਬੈਸ ਵਡੇਰੀ, ਤੇ 3 ਸਾਲ ਮੇਰੀ ਉਮਰ ਵੱਡੀ ਹੈ ਸਤਿਗੁਰੂ ਜੀ ਦੇ ਨਾਲੋਂ। ਸਤਿਗੁਰੂ ਜੀ ਦੀ ਸਰੀਰ ਕਾਰਬਲਾ ਨਾਲੋਂ 3 ਸਾਲ ਮੇਰੀ ਉਮਰ ਵੱਡੀ ਹੈ। ਬਾਲ ਤਰਨ ਬੈਸ ਗਤੀ ਬਤੇਰੀ, ਤੇ ਮੇਰੀ ਉਮਰ ਸਤਿਗੁਰੂ ਜੀ ਬਚਪਨ ਦੀ ਵੀ, ਜਵਾਨੀ ਦੀ ਵੀ ਤੇ ਬਿਰਧ ਅਵਸਥਾ ਦੀ ਵੀ ਬਹੁਤੀ ਜਿਹੜੀ ਸਰੀਰ ਕਾਰਬਲਾ ਸਤਿਗੁਰੂ ਜੀ ਦੇ ਨਾਲ ਹੀ ਬੀਤੀ ਹੈ। ਮੈਂ ਬਚਪਨ ਵਿੱਚ ਵੀ ਉਹਨਾਂ ਦੇ ਨਾਲ ਹੀ ਰਿਹਾ ਵਾਂ, ਨਾਲ ਹੀ ਖੇਡਿਆ ਵਾਂ, ਜਵਾਨੀ ਵਿੱਚ ਵੀ ਉਹਨਾਂ ਦੇ ਨਾਲ ਹੀ ਰਿਹਾ ਵਾਂ, ਤੇ ਬਿਰਧ ਅਵਸਥਾ ਵਿੱਚ ਵੀ ਮੈਂ ਨਾਲ ਹੀ ਰਿਹਾ ਵਾਂ। ਮੈਨੂੰ ਫਿਰ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਨਗਰ ਵਸਾਇਆ ਤੇ ਗਰੀਬ ਨਵਾਜ ਨੇ ਉਸ ਵੇਲੇ ਫਿਰ ਆਗਿਆ ਦੇ ਕੇ ਤੇ ਕਹਿ ਦਿੱਤਾ ਸੀ, ਹੁਣ ਤੁਸੀਂ ਰਾਏ ਭੋਏ ਦੀ ਤਲਵੰਡੀ ਚਲੇ ਜਾਓ, ਹੁਣ ਤੁਸੀਂ ਸ੍ਰੀ ਨਨਕਾਣਾ ਸਾਹਿਬ ਚਲੇ ਜਾਓ। ਇਹ ਮੇਰਾ ਲੰਮਾ ਸਮਾਂ ਗੁਰੂ ਜੀ ਦੇ ਨਾਲ ਹੀ ਗੁਜ਼ਰਿਆ ਹੈ। ਦੋਹਰਾ ਦਹ ਦਿਨ ਦਰਸ ਦਿਖਾਇਓ, 10 ਦਿਸ਼ਾਵਾਂ ਦੇ ਵਿੱਚ ਮੈਨੂੰ ਦਰਸ਼ਨ ਵਿਖਾਏ ਸਤਿਗੁਰੂ ਜੀ ਨੇ। ਦਇਆ ਦ੍ਰਿਸ਼ਟ ਕੋ ਦੇਖ, ਦਇਆ ਦ੍ਰਿਸ਼ਟੀ ਦੇ ਨਾਲ ਵੇਖ ਕੇ ਮੇਰੇ ਤਰਫ ਦਿਗਟ ਰਹਿਤ ਤਿਨ ਚਰਨ, ਤਮ ਤਾਰਿਓ ਜਗਤ ਵਿਸ਼ੇਖ, ਹਮ ਤੇ ਵਿਸਰਾਮ ਲਾਓ। ਫੇਰ ਪੜੋ। ਦਿਗਟ ਰਹਿਤ ਤਿਨ ਚਰਨ ਹਮ, ਨੇੜੇ ਰਹਿੰਦੇ ਸਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ। ਹਮ ਤੋਂ ਭਾਵ ਹੈ ਭਾਈ ਬਾਲਾ ਜੀ ਆਪਣਾ ਵੀ ਜ਼ਿਕਰ ਕਰਦੇ ਤੇ ਨਾਲ ਦੇ ਸਾਥੀ ਦਾ ਵੀ, ਕਿ ਹਮ ਅਸੀਂ ਨਾਲ ਰਹੇ ਮਹਾਰਾਜ ਦੇ ਚਰਨਾਂ ਵਿੱਚ। ਭਾਈ ਬਾਲਾ ਜੀ ਤੇ ਨਾਲ ਦੇ ਦੂਜੇ ਸਾਥੀ ਭਾਈ ਮਰਦਾਨਾ ਜੀ। ਨਿਕਟ ਰਹਿਤ ਤਿੰਨ ਚਰਨ ਹਮ, ਅਸੀਂ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਰਹੇ। ਤੇ ਜਦੋਂ ਅਸੀਂ ਮਹਾਰਾਜ ਦੇ ਨਾਲ ਨੇੜੇ ਚਰਨਾਂ 'ਚ ਰਹਿੰਦੇ ਸੀ ਨਾ, ਸਾਡੇ ਨੇੜੇ ਰਹਿੰਦੇ ਤਾਰਿਓ ਜਗਤ ਬਸੇਖ, ਵਿਸ਼ੇਸ਼ ਕਰਕੇ ਬਹੁਤੇ ਜਗਤ ਨੂੰ ਤਾਰਿਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਬਹੁਤੇ ਸੰਸਾਰ ਨੂੰ ਤਾਰਿਆ। ਦਇਆ ਐਨ ਸੁਨ ਬੈਣੇ, ਦਇਆ ਦੇ ਘਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸੁਣ ਕਰਕੇ ਇਹ ਭਾਈ ਬਾਲਾ ਜੀ ਦੇ ਬੇਨਤੀ ਵਾਲੇ ਬੈਣ ਬਚਨ ਦੈਨ ਭਗਤ ਵਿੱਚ ਦਾਸ, ਹੁਣ ਆਪਣੇ ਨਿੱਜੀ ਦਾਸ ਨੂੰ ਭਾਈ ਬਾਲਾ ਜੀ ਨੂੰ ਭਗਤੀ ਦੇਣ ਵਾਸਤੇ ਉੱਠ ਕਰ ਭੁਜ ਪਰ ਕਰ ਮਿਲੇ, ਉੱਠ ਪਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਆਸਣ ਤੋਂ। ਉੱਠ ਕੇ ਖਲੋ ਗਏ। ਜਦੋਂ ਇੰਨੀਆਂ ਗੱਲਾਂ ਹੋਈਆਂ, ਉੱਠ ਕੇ ਖਲੋ ਕੇ ਨਾ ਫਿਰ ਭੁਜ ਭਰ, ਭੁਜ ਨਾਮ ਹੈ ਬਾਹਾਂ ਦਾ, ਬਾਹਾਂ ਵਿੱਚ ਭਰ ਕੇ ਗਲ ਵਕੜੀ ਵਿੱਚ ਲੈ ਕਰਕੇ ਗਰ ਮਿਲੇ, ਗਲੇ ਲਾ ਕੇ ਮਿਲੇ। ਆਓ ਭਾਈ ਜੀ ਗਲੇ ਲੱਗੋ ਤੁਸੀਂ। ਤੇ ਗਲੇ ਲਾ ਕੇ ਆਪਣੇ ਗਲ ਵਕੜੀ ਵਿੱਚ ਲੈ ਕੇ ਘੁੱਟ ਕੇ ਛਾਤੀ ਨਾਲ ਲਾ ਕੇ ਮਿਲੇ। ਗੁਰ ਧਰ ਭਰਮ ਪਰਮ ਹੁਲਾਸ, ਹਿਰਦੇ ਵਿੱਚ ਬਹੁਤ ਹੀ ਪਰਮ ਹੁਲਾਸ ਧਾਰਨ ਕੀਤਾ, ਵੱਡੀ ਖੁਸ਼ੀ ਧਾਰਨ ਕੀਤੀ ਹੈ। ਕਉ ਬਈ ਬਹੁਰ ਬਲੋਚਨ ਮੁਝਾ ਵਿਰਾਗਾ, ਫਿਰ ਬਹੁਤ ਹੀ ਮਹਾਰਾਜ ਦੇ ਨੇਤਰਾਂ ਵਿੱਚੋਂ ਵੈਰਾਗ ਉਸ ਵੇਲੇ ਛੁੱਟ ਪਿਆ, ਵੈਰਾਗ ਚੱਲ ਪਿਆ। ਕਰ ਔਰ ਚਰਨ ਬਲ ਅਵਰਾਗਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦਾ ਬਹੁਤ ਹੀ ਪ੍ਰੇਮ ਧਾਰਨ ਕਰਕੇ ਧੀਰ ਨਾ ਧਰਹਿ ਅਗਤ ਧਰ ਆਸੂ, ਧੀਰਜ ਨਹੀਂ ਧਰਦੇ ਹਨ, ਨੇਤਰਾਂ ਵਿੱਚੋਂ ਜਲ ਦਾ ਪ੍ਰਵਾਹ ਵੈਰਾਗ ਛੁੱਟੀ ਜਾ ਰਿਹਾ ਹੈ। ਪਰਤ ਪ੍ਰੀਤ ਭਗਤ ਉਲਾਸੂ, ਕਿਉਂਕਿ ਭਗਤੀ ਦੀ ਜਿਹੜੀ ਪ੍ਰੀਤ ਹੈ ਨਾ, ਉਹਦਾ ਉਤਸ਼ਾਹ, ਉਹਦਾ ਉਛਾਲਾ ਜਿਹੜਾ ਪੈ ਰਿਹਾ ਹੈ। ਸਬਤਾ ਅਸਤ ਦਿਸਾ ਹੋਇ ਆਈ, ਸਭ ਤਾਂ ਸੂਰਜ ਅਸਤ ਹੋ ਗਿਆ, ਰਾਤ ਆ ਗਈ, ਰਾਤ ਦਾ ਸਮਾਂ ਹੋ ਗਿਆ। ਬਾਲਾ ਰਹਿਤ ਭਇਓ ਪਹਿਨਾਈ, ਭਾਈ ਬਾਲਾ ਜੀ ਉੱਥੇ ਹੀ ਖਡੂਰ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਪਾਸ ਰਹੇ, ਸਿੱਖ ਸੰਗਤ ਜਹ ਮਿਲ ਸਮੁਦਾਇਆ, ਜਿੱਥੇ ਸਿੱਖ ਸੰਗਤਾਂ ਦਾ ਬਹੁਤ ਇਕੱਠ ਹੈ ਨਾ, ਉਸ ਸੰਗਤ ਵਿੱਚ ਭਾਈ ਬਾਲਾ ਜੀ ਹਨ। ਕਹਾ ਬਸਿਓ ਸਭ ਹਿਤ ਮਨ ਭਾਇਆ, ਸਾਰੀ ਸੰਗਤ ਵਿੱਚ ਵਸੇ ਭਾਈ ਬਾਲਾ ਜੀ ਤੇ ਸਾਰਿਆਂ ਦੇ ਮਨ ਨੂੰ ਭਾਏ ਆ, ਬਹੁਤ ਚੰਗੇ ਲੱਗੇ ਆ ਤੇ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਗਾਥਾਵਾਂ ਸੰਗਤ ਨੂੰ ਭਾਈ ਬਾਲਾ ਜੀ ਨੇ ਸੁਣਾਈਆਂ। ਫਿਰ ਸਾਧ ਸੰਗਤ ਜੀ ਕਿਵੇਂ ਫਿਰ ਬਚਪਨ ਤੋਂ ਲੈ ਕੇ ਪ੍ਰਕਾਸ਼ ਧਾਰਨ ਤੋਂ ਲੈ ਕੇ ਇਹ ਸਾਰਾ ਹੀ ਇਤਿਹਾਸ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਉਣਾ ਹੈ।
ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਆਪ ਵੀ ਸੁਣਨਾ ਤੇ ਨਾਲ ਬੈਠੀਆਂ ਸੰਗਤਾਂ ਨੇ ਵੀ ਇਤਿਹਾਸ ਸੁਣਨਾ ਹੈ। ਫਿਰ ਮਹਾਰਾਜ ਨੇ ਕਹਿਣਾ ਵੀ ਇਹ ਇਤਿਹਾਸ ਲਿਖਾਈਏ ਸਾਰਾ ਹੀ, ਕਿ ਆਉਣ ਵਾਲੇ ਸਮੇਂ 'ਚ ਸੰਗਤਾਂ ਸੁਣਿਆ ਕਰਨਗੀਆਂ, ਪੜ੍ਹਿਆ ਕਰਨਗੀਆਂ, ਸੰਸਾਰ ਦੇ ਜੀਵਾਂ ਦਾ ਭਲਾ ਹੋਵੇਗਾ। ਤੇ ਲਿਖੇਗਾ ਕੌਣ? ਉਹ ਫਿਰ ਸਾਰਾ ਹੀ ਅੱਗੇ ਪ੍ਰਸੰਗ ਆ ਜਾਣਾ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਭਾਈ ਪੈੜਾ ਮੁਖਾ ਰਹਿੰਦਾ ਹੈ, ਜਿਹੜਾ ਸੰਸਕ੍ਰਿਤ ਭਾਸ਼ਾ ਵੀ ਜਾਣਦਾ ਹੈ ਤੇ ਗੁਰਮੁਖੀ ਵੀ ਜਾਣਦਾ, ਉਸ ਨੂੰ ਲਿਆਂਦਾ ਜਾਵੇ। ਫਿਰ ਇੱਥੋਂ ਭਾਈ ਪੈੜਾ ਮੁਖਾ ਜੀ ਉੱਥੇ ਜਿਵੇਂ ਜਾਂਦੇ ਆ, ਉਹ ਲਿਖਦੇ, ਉਹ ਅਗਲੇ ਪ੍ਰਸੰਗਾਂ 'ਚ ਸਾਰਾ ਜ਼ਿਕਰ ਆਵੇਗਾ। ਗੁਰੂ ਜੀ ਦੇ ਪਾਵਨ ਇਤਿਹਾਸ ਦੇ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। हे गोबिंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार, अंधकूप महापयान नानक पारे उतार। आए प्रभ शरणागति कृपा नित दयाल, एक अक्षर हर मन बसत नानक होत निहाल। कथा निता प्रत होत है सुनहो सिंह सुजान, नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।